ਤੇ ਅੱਜ ਬੜੀ ਖੁਸ਼ੀ ਦਾ ਦਿਨ ਹੈ ਮੇਰੇ ਵਾਸਤੇ। ਜਿਹੜੇ ਰੋਜ਼ ਵੱਡੀਆਂ ਵੱਡੀਆਂ ਛਾਲਾਂ ਮਾਰਦੇ ਸੀ ਕਿ ਅਸੀਂ ਬੜੇ, ਸਾਨੂੰ ਨੋਟਿਸ ਹੋ ਗਿਆ ਹੈ। ਨੋਟਿਸ ਕਿਸੇ ਨੂੰ ਵੀ ਹੋ ਸਕਦਾ ਹੈ। ਨੋਟਿਸ ਕਿਸੇ ਨੇ ਅਗਰ ਕੋਈ ਝੂਠੀ ਗੱਲ ਮਾਨਯੋਗ ਅਦਾਲਤ ਦੇ ਸਾਹਮਣੇ ਉਹਨੂੰ ਚੰਗੇ ਤਰੀਕੇ ਨਾਲ ਪੇਸ਼ ਕਰ ਦਿੱਤਾ ਗਿਆ ਹੋਵੇ ਤੇ ਮਾਨਯੋਗ ਅਦਾਲਤ ਨੇ ਉਹਦਾ ਰਿਪਲਾਈ ਮੰਗ ਲਿਆ ਹੋਵੇ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਮਾਨਯੋਗ ਅਦਾਲਤ ਨੇ ਸਾਨੂੰ ਗੁਨੇਗਾਰ ਠਹਿਰਾ ਦਿੱਤਾ ਗਿਆ ਨੋਟਿਸ ਤੋਂ ਬਾਅਦ। ਪੰਜਾਬ ਦੀ ਜਨਤਾ ਵਿਚਾਰੀ ਇਹ ਸੋਚਦੀ ਹੈ ਕਿ ਨੋਟਿਸ ਮੀਨਸ ਕਿ ਰਾਜਾ ਵੜਿੰਗ ਗਲਤ ਸੀਗਾ, ਟਰਾਂਸਪੋਰਟ ਮਹਿਕਮਾ ਗਲਤ ਸੀਗਾ। ਨਹੀਂ, ਨੋਟਿਸ ਮੀਨਸ ਕਿ ਕਿਸੇ ਨੇ ਤੁਹਾਡੀ ਸ਼ਿਕਾਇਤ ਕੀਤੀ ਹੈ ਝੂਠੀ ਜਾਂ ਜੋ ਵੀ ਸੱਚੀ, ਉਹਦਾ ਰਿਪਲਾਈ ਕਰਾਂਗੇ ਤੇ ਮਾਨਯੋਗ ਅਦਾਲਤ ਨੇ ਦੇਖਣਾ ਹੈ ਕਿ ਇਹ ਸੱਚ ਹੈ ਕਿ ਝੂਠ ਹੈ। ਉਸ ਤੋਂ ਬਾਅਦ ਕੋਈ ਗੱਲ ਹੋਣੀ ਹੈ। ਤੇ ਅੱਜ ਜਦੋਂ ਫੈਸਲਾ ਸੁਣਾਇਆ ਗਿਆ ਤੇ ਸਟਾਰਟ ਦਾ ਫੈਸਲਾ ਜੁਝਾਰ ਟਰਾਂਸਪੋਰਟ ਪੈਸੇਂਜਰ ਦੇ ਖਿਲਾਫ ਆ ਗਿਆ। ਉਹਨਾਂ ਨੇ ਉਹਨਾਂ ਦੀ ਅਪੀਲ ਡਿਸਮਿਸ ਕਰਤੀ, ਜਾਨੀ ਕਿ ਸਟਾਰਟ ਦੇ ਵਿੱਚ ਜਿਹੜਾ ਫੈਸਲਾ ਆਇਆ ਹੈ ਉਹ ਸਰਕਾਰ ਦੇ ਹੱਕ ਵਿੱਚ ਆਇਆ ਹੈ। ਤੇ ਸਟਾਰਟ ਨੇ 12 ਸਾਲਾਂ 2012 ਦੇ ਜਸਟਿਸ ਸੂਰਿਆਕਾਂਤ ਦੇ ਫੈਸਲੇ ਤੇ ਅੱਜ ਟ੍ਰਿਬਿਊਨਲ ਨੇ ਮੋਹਰ ਲਾ ਦਿੱਤੀ ਗਈ ਹੈ। ਸੋ ਇਹ ਬੜਾ ਵੱਡਾ ਫੈਸਲਾ। ਇਹਦੇ ਨਾਲ 1 ਲੱਖ ਕਿਲੋਮੀਟਰਸ ਜਿਹੜੇ ਐਕਸਟੈਂਸ਼ਨਾਂ ਸੀਗੀਆਂ, ਬੜਾ ਵੱਡਾ ਇਹ ਗਰੋਹ ਸੀਗਾ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਮਹਿਕਮੇ ਨੂੰ ਤੇ ਟਰਾਂਸਪੋਰਟ ਨੂੰ ਫਾਇਦਾ ਹੋਏਗਾ। ਸੋ ਇਹ ਅੱਜ ਦੇ ਬਾਰੇ ਜਿਹੜੀ ਮੈਂ ਪ੍ਰੈਸ ਕਾਨਫਰੰਸ ਕੀਤੀ ਹੈ, ਇਹ ਉਹਨਾਂ ਡਾਕੂਆਂ ਨੂੰ, ਸੌਰੀ, ਜਿਨ੍ਹਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਤੁਹਾਡੇ ਪਾਪਾਂ ਦਾ ਜਿਹੜਾ ਭਾਂਡਾ ਹੈ ਉਹ ਭਰ ਚੁੱਕਿਆ ਹੈ। ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ, ਕਿਤੇ ਨਾ ਕਿਤੇ ਤਾਂ ਸੱਚ ਦੀ ਆਵਾਜ਼ ਸੁਣੀ ਜਾਏਗੀ। ਦੇਰ ਆਏ ਦੁਰਸਤ ਹੋਇਆ। ਮੈਨੂੰ ਇਸ ਫੈਸਲੇ ਦੀ ਹਜੇ ਆਰਡਰ ਉਹਨਾਂ ਨੇ ਕੱਲ ਪਾਸ ਕਰਨਾ, ਆਰਡਰ ਨਹੀਂ ਆਇਆ, ਲੇਕਿਨ ਆਰਡਰ ਵਰਬਲੀ ਸੁਣਾ ਦਿੱਤਾ ਗਿਆ ਕਿ ਅਪੀਲ ਡਿਸਮਿਸਡ। ਸੋ ਇਸ ਕਰਕੇ ਮੈਂ ਸੋਚਿਆ ਕਿ ਬੜਾ ਵੱਡਾ ਦਿਨ ਹੈ ਕਿ ਤੁਹਾਨੂੰ ਰੂਬਰੂ ਹੋ ਕੇ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇਵਾਂ। ਸੋ ਇਹਦੇ ਨਾਲ ਹੋਰ ਵੀ ਕਈ ਫੈਸਲੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ 3 ਵੀਲਰਸ ਵਾਲਾ ਜਿਹੜਾ ਸੀਗਾ, ਕੱਲ ਚੀਫ ਮਿਨਿਸਟਰ ਸਾਹਿਬ ਜਿਹੜੇ ਲੁਧਿਆਣਾ ਗਏ ਸੀ, ਕਈ ਵਾਰੀ ਕਹਿ ਦਿੱਤਾ ਜਾਂਦਾ, ਲੋਕ ਕਈ ਮਜ਼ਾਕ ਬਣਾਉਂਦੇ, ਲੋਕ ਨਹੀਂ, ਕਈ ਆਪੋਜੀਸ਼ਨ ਪਾਰਟੀ ਵਾਲੇ 3 ਵੀਲਰਸ ਵਾਲਿਆਂ ਦਾ ਅਸੀਂ ਕੈਬਨਿਟ ਦੇ ਵਿੱਚ, ਜਿਹੜੀ ਹੁਣ ਕੈਬਨਿਟ ਆਏਗੀ, ਉਹਦੇ ਵਿੱਚ ਸਾਰੇ ਦਾ ਸਾਰਾ ਜਿਹੜਾ ਉਹਨਾਂ ਦੇ ਟੈਕਸ ਹੋਏਗਾ ਉਹ ਮਾਫ ਕਰ ਦਿੱਤਾ ਜਾਏਗਾ। ਜੋ ਵੀ ਫੈਸਲਾ ਆਟੋ ਰਿਕਸ਼ਾ ਵਾਲਿਆਂ ਦਾ ਚੰਨੀ ਸਾਹਿਬ ਨੇ ਕਿਹਾ, ਔਰ ਜਿਹੜੇ ਵੀ ਚਲਾਨਸ ਉਹਨਾਂ ਦੇ ਹੋਏ ਨੇ, ਉਹਨਾਂ ਦੇ ਚਲਾਨ ਦਾ ਉਹਨਾਂ ਤੋਂ 1 ਰੁਪਇਆ ਲੈ ਕੇ ਸਾਰੇ ਦੇ ਸਾਰੇ ਚਲਾਨਸ ਦੀ ਪੂਰਤੀ ਕਰ ਦਿੱਤੀ ਜਾਏਗੀ। ਔਰ ਆਰਟੀਏ ਸਾਹਿਬਾਨ ਉਹਨਾਂ ਨੂੰ ਜਿਹੜਾ NOC ਹੈ ਉਹਨੂੰ ਅਗਲੇ ਵੀਕ ਦੇ ਵਿੱਚ ਉਹਨਾਂ ਨੂੰ ਹਰੇਕ ਆਟੋ ਰਿਕਸ਼ਾ ਵਾਲੇ ਨੂੰ NOC ਦੇ ਦਿੱਤਾ ਜਾਏਗਾ। ਔਰ ਅੱਜ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਿਹਾ, ਅੱਜ ਟਰੱਕ ਯੂਨੀਅਨ ਦੇ ਕੁਝ ਸਾਥੀ, ਉਹਨਾਂ ਦੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਸਨ ਤੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ 'ਚ ਟਰੱਕ ਯੂਨੀਅਨ ਦਾ ਅਸੀਂ ਐਸਾ ਕੋਈ ਸਿਸਟਮ ਲੈ ਕੇ ਆਵਾਂਗੇ ਜਿਹਦੇ ਨਾਲ ਕਿਸੇ ਵਪਾਰੀ ਨੂੰ, ਕਾਰੋਬਾਰੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਤੇ ਦੁਬਾਰਾ ਫੇਰ ਤੋਂ ਟਰੱਕ ਯੂਨੀਅਨਸ ਦਾ ਗਠਨ ਕਰ ਦਿੱਤਾ ਜਾਏਗਾ। ਇਹਦੇ ਬਾਰੇ ਅੱਜ ਉਹਨਾਂ ਨੇ ਸਲਾਹ ਮਸ਼ਵਰਾ ਸ਼ੁਰੂ ਕੀਤਾ ਹੈ ਔਰ ਮੈਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਫੈਸਲਾ ਵੀ ਇਹਨਾਂ ਦੋਨਾਂ ਵਪਾਰੀ ਲੋਕਾਂ ਨਾਲ ਤੇ ਯੂਨੀਅਨ ਵਾਲਿਆਂ ਨਾਲ ਬੈਠ ਕੇ, ਤਾਂ ਜੋ ਕਿਸੇ ਵਪਾਰੀ ਭਰਾ ਦਾ ਕੋਈ ਨੁਕਸਾਨ ਨਾ ਹੋਵੇ, ਇਹਦੇ ਫੈਸਲੇ ਤੇ ਵੀ ਮੋਹਰ ਲਾ ਦਿੱਤੀ ਜਾਏਗੀ। ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਦੇ 'ਚ ਮੈਂ ਇੰਨਾ ਹੀ ਤੁਹਾਨੂੰ ਦੱਸਣਾ ਚਾਹੁੰਦਾ ਔਰ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜਿਹੜੇ ਉਹ 73 ਇੰਟੀਗਰਲ ਕੋਚਸ ਵਾਲੇ ਅਸੀਂ
परमिट रद्द किए, ਜਿਹੜੇ 32 परमिट्स की ये गल कर रहे हैं कि साढ़े रद्द किए सी, उन्हां विचों 8 परमिट ऐसे है ਜਿਹੜੇ ਇਹਨਾਂ ਨੇ ਰੀਨਿਊ ਹੀ ਨਹੀਂ ਕਰਾਏ ਕਦੇ। ਉਹ ਵੀ ਇਹਨਾਂ ਨੇ ਮੇਰਾ ਖਿਆਲ ਮਾਨਯੋਗ ਹਾਈ ਕੋਰਟ ਨੂੰ ਮਿਸਲੀਡ ਕੀਤਾ ਹੈ। ਜਿਹੜੇ ਪਰਮਿਟ ਰੀਨਿਊ ਹੀ ਨਹੀਂ ਹੈ, ਤੁਸੀਂ ਉਹਨਾਂ ਨੂੰ ਚਲਾ ਰਹੇ ਹੋ, that means ਉਹਦਾ ਵੈਲਿਡ ਹੀ ਨਹੀਂ ਹੈ ਪਰਮਿਟ। ਸੋ ਅਸੀਂ ਆਉਣ ਵਾਲੇ ਸਮੇਂ 'ਚ ਸਾਡੇ ਵਕੀਲ ਸਾਹਿਬਾਨ ਮਾਨਯੋਗ ਹਾਈ ਕੋਰਟ ਦੇ ਅੱਗੇ ਆਪਦੇ ਜਿਹੜੇ ਪੱਖ ਹੈ ਉਹ ਅਸੀਂ ਰੱਖਾਂਗੇ। ਸਾਨੂੰ ਪੂਰਨ ਉਮੀਦ ਹੈ ਕਿ ਜਦੋਂ ਅਸੀਂ ਪੱਖ ਰੱਖਾਂਗੇ ਤੇ ਉਹ ਫੈਸਲੇ ਵੀ ਸਾਡੇ ਹੱਕ ਵਿੱਚ ਆਉਣਗੇ। ਐਜ਼ ਪਰ ਐਜ਼ ਚੀਫ ਮਿਨਿਸਟਰ ਅਨਾਉਂਸਮੈਂਟ, ਉਹ ਸਾਰੇ 2000 ਇਸ ਤੋਂ ਪਹਿਲਾਂ ਵਾਲੇ ਮਾਫ ਕਰ ਦਿੱਤੇ ਜਾਣਗੇ। ਵੜਿੰਗ ਸਾਹਿਬ, ਤੁਸੀਂ ਪਿਛਲੀ ਪੀਸੀ 'ਚ ਗਿਆ ਸੀ, ਮਨਪ੍ਰੀਤ ਬਾਦਲ ਹੋਰਾਂ ਦਾ ਵੀ ਬਕਾਇਆ ਪਿਆ, ਉਹਨਾਂ ਨੇ ਟੈਕਸ ਪੱਤਰ ਜਾਂ ਉਹਨਾਂ ਦੀਆਂ ਵੀ ਬੱਸਾਂ ਤੁਸੀਂ ਜ਼ਬਤ ਕਰੋਗੇ? ਮੈਨੂੰ ਇਸ ਬਾਰੇ ਹੁਣ ਮੈਂ 2-4 ਦਿਨਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਲੇਗੀ। ਕਾਫੀ ਸਾਡੇ ਕੋਲ ਇਹ ਟੈਕਸਿਸ ਆਏ ਨੇ, ਅਲੱਗ-ਅਲੱਗ ਕੰਪਨੀਆਂ ਦੇ ਆਏ ਨੇ, ਛੋਟੇ ਆਪਰੇਟਰਸ ਨੇ ਵੀ ਸਾਡੇ OTP ਸਾਥੋਂ ਮੰਗੇ ਨੇ, ਸਾਡੇ RTS ਨੇ ਇਨਫੋਰਮੇਸ਼ਨ ਦਿੱਤੀ ਹੈ, ਲੇਕਿਨ ਕਾਫੀ ਟੈਕਸ ਇਕੱਠਾ ਹੋਇਆ। ਨੈਕਸਟ PC 2-4 ਦਿਨਾਂ 'ਚ ਅਸੀਂ ਤੁਹਾਨੂੰ ਪੂਰਾ ਡੇਟਾ ਦੇਵਾਂਗੇ ਕਿ ਕਿਹੜੀ ਕੰਪਨੀ ਨੇ ਕਿੰਨਾ ਟੈਕਸ ਐਂਡ ਟੋਟਲ ਟੈਕਸ ਸਾਡੇ ਕੋਲੇ ਰੈਵਨਿਊ ਕਿੰਨਾ ਆਇਆ ਦੱਸ ਦਿਆਂਗੇ। ਬਟ ਮੈਨੂੰ ਇਹ ਜਾਣਕਾਰੀ ਨਹੀਂ ਹੈ ਕਿ ਸਪੈਸ਼ਲੀ ਕੋਈ ਮਨਪ੍ਰੀਤ ਬਾਦਲ ਜੀ ਦਾ ਟੈਕਸ ਆ ਗਿਆ ਕਿ ਰਹਿੰਦਾ ਹੈ। ਵੜਿੰਗ ਸਾਹਿਬ, ਪਟਿਆਲੇ ਦੇ ਵਿੱਚ ਅੱਜ ਔਰਬਿਟ ਟਰਾਂਸਪੋਰਟ ਜਿਹੜੇ ਹੈਗੇ ਉਹਨਾਂ ਨੇ ਅੱਜ ਬੱਸ ਅੱਡਾ ਹੀ ਜਾਮ ਕਰ ਦਿੱਤਾ, ਮਤਲਬ ਬਲੌਕ ਕਰ ਦਿੱਤਾ ਗਿਆ। 2-3 ਘੰਟੇ ਉੱਥੇ ਲੋਕ ਖੱਜਲ ਖੁਆਰ ਹੁੰਦੇ ਰਹੇ। ਇਹਦੇ ਪਿੱਛੇ ਕੀ ਕਾਰਨ ਹੈ? ਰਿਪੋਰਟ ਆਈ ਉਹ ਕਹਿੰਦੇ ਸਾਡੇ ਜਿਹੜੇ ਪਰਮਿਟ ਹੈ ਉਹ ਹਾਈ ਕੋਰਟ ਨੇ ਬਹਾਲ ਕਰ ਦਿੱਤੇ ਨੇ ਤੇ ਉਹ ਟਾਈਮ ਟੇਬਲ ਵੀ ਰੱਦ ਕਰ ਦਿੱਤੇ ਨੇ ਜਿਹੜੇ ਤੁਸੀਂ ਬਣਾਏ ਸੀ ਪਿਛਲੇ ਦਿਨੀ। ਇਸ ਨੂੰ ਲੈ ਕੇ ਆਮ ਲੋਕ ਉੱਥੇ ਪਰੇਸ਼ਾਨ ਹੋਏ ਨੇ। ਇਹਦੇ ਪਿੱਛੇ ਦਾ ਕੀ ਹੈ? ਦੇਖੋ ਜੀ, ਇਹ ਪੂਰਨ ਤੌਰ ਤੇ ਬਦਮਾਸ਼ੀ ਹੈ। ਨਾਟ ਓਨਲੀ ਪਟਿਆਲਾ, ਮੈਨੂੰ ਪਟਿਆਲਾ ਦੀ ਇਨਫੋਰਮੇਸ਼ਨ ਨਹੀਂ ਹੈ ਮਾਨਸ਼ਈਆ ਸਾਹਿਬ, ਲੇਕਿਨ ਮੈਨੂੰ ਬਠਿੰਡਾ ਦੀ ਇਨਫੋਰਮੇਸ਼ਨ ਆਈ ਸੀ ਜਿਹਦੇ ਵਿੱਚ ਸਾਡੇ GMs ਨੇ ਉਹਨਾਂ ਦੇ ਖਿਲਾਫ ਕਾਰਵਾਈ ਲਿਖ ਕੇ ਜਿਹੜਾ ਅਸੀਂ SSP ਨੂੰ ਸੌਂਪੀ ਹੈ। ਮੈਨੂੰ ਲੱਗਦਾ ਕਿ ਹਜੇ ਵੀ ਉਹ ਲੋਕ ਬਦਮਾਸ਼ੀ ਕਦੇ ਨਾ ਕਦੇ, ਕਿਉਂਕਿ ਪੁਰਾਣਾ ਉਹ ਜਿਹੜਾ ਗੱਲ ਹੈ ਉਹਨਾਂ ਦੇ ਹਜਮ ਨਹੀਂ ਆ ਰਹੀ, ਲੇਕਿਨ ਕਿਸੇ ਪ੍ਰਕਾਰ ਦੀ ਕੋਈ ਬਦਮਾਸ਼ੀ ਨਹੀਂ ਚੱਲਣ ਦਿਆਂਗੇ। ਮੈਂ ਪਟਿਆਲੇ ਤੇ ਵੀ ਪਤਾ ਕਰਦਾ, ਲੇਕਿਨ ਬਠਿੰਡਾ 'ਚ ਉਹਨਾਂ ਦੇ ਲੋਕਾਂ ਨੇ ਇਦਾਂ ਹੀ ਕੀਤਾ, ਲੇਕਿਨ ਉਹਨਾਂ ਦੇ ਬੰਦੀ ਕਾਰਵਾਈ ਪੁਲਿਸ ਮਹਿਕਮਾ ਕਰ ਰਿਹਾ ਹੈ। ਵੜਿੰਗ ਸਾਹਿਬ, 100 ਰੁਪਏ ਕੇਬਲ ਮਾਫੀਆ ਦਾ ਜ਼ਿਕਰ ਹੋ ਰਿਹਾ ਸੀ, 100 ਰੁਪਏ ਦਾ ਕਿਹਾ। ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹ ਕਹਿੰਦੇ ਕਿ 100 ਰੁਪਏ ਤਾਂ ਦੇ ਹੀ ਨਹੀਂ ਸਕਦੇ। सरकार कुछ भी कर सकती है। सरकार ने जो भी फैसला लेना है, सरकार ने फैसला लेना है। तो अगर सरकार चाहती है, जो चन्नी साहब चाहते हैं, पंजाब का मुख्यमंत्री ये चाहता है तो कैबिनेट चाहती है, तो फिर सब कुछ हो सकता है। ਉਹ ਕਹਿੰਦੇ ਜੀ ਟਰਾਈ ਦਾ ਮਸਲਾ ਹੈ, ਕੇਂਦਰ ਦੇ ਅੰਡਰ ਆਉਂਦਾ ਹੈ, ਇਸ ਦੇ ਵਿੱਚ ਸੂਬਾ ਸਰਕਾਰ ਨਹੀਂ ਇਸ ਤਰ੍ਹਾਂ ਇੰਟਰਵੀਨ ਕਰ ਸਕਦੀ। ਉਹ ਕਹਿੰਦੇ ਸਾਨੂੰ ਰੇਟ ਹੀ ਜਿਹੜਾ ਹੈ ਉਹ 130 ਰੁਪਏ ਟਰਾਈ ਦਿੰਦੀ ਹੈ ਔਰ ਉਸ ਤੋਂ ਬਾਅਦ 23 ਰੁਪਏ ਤੇ GST ਲੱਗਦੀ ਹੈ। ਦੇਖੋ ਜੀ, ਇਹ ਵੀ ਕਿਹਾ ਜਾਂਦਾ ਸੀ ਕਿ ਇਹ ਤਾਂ ਐਗਰੀਮੈਂਟਸ ਜਿਹੜੇ ਅਕਾਲੀ ਦਲ ਕਰ ਗਿਆ ਇਹ ਤਾਂ ਵਾਪਸ ਲੈ ਨਹੀਂ ਜਾ ਸਕਦੇ, ਪਾਵਰ ਪਰਚੇਸ ਐਗਰੀਮੈਂਟਸ। ਅੱਜ ਉੱਦਾਂ ਤੇ ਪਿਛਲੀ ਸਰਕਾਰ ਇਹੀ ਕਹਿੰਦੀ ਰਹੀ, ਲੋਕ ਵੀ ਇਹ ਕਹਿੰਦੇ ਰਹੇ, ਬੁੱਧੀਜੀਵ ਵੀ ਇਹ ਗੱਲ ਕਹਿੰਦੇ ਰਹੇ। ਸੋ ਮੈਨੂੰ ਲੱਗਦਾ ਕਿ ਇਹ ਸਰਕਾਰ 'ਚ ਦਮ ਹੋਣਾ ਚਾਹੀਦਾ ਹੈ, ਬਲ ਹੋਣਾ ਚਾਹੀਦਾ ਫੈਸਲਾ ਲੈਣ ਦਾ, ਤੇ ਸਭ ਕੁਝ ਹੋ ਸਕਦਾ ਹੈ। ਤੇ ਤੁਹਾਡੇ ਸਾਹਮਣੇ 3 ਰੁਪਏ ਬਿਜਲੀ ਵੀ ਸਸਤੀ ਕਰਤੀ ਤੇ ਪਾਵਰ ਪਰਚੇਸ ਐਗਰੀਮੈਂਟ ਵੀ ਉਡਾਤੇ। ਸਰ ਨੇ ਕਿਹਾ ਜਿਹੜਾ 100 ਰੁਪਏ ਦਾ ਰੇਟ ਆ 1990 ਦੇ ਵਿੱਚ ਸੀ, ਅੱਜ ਤੋਂ 30 ਸਾਲ ਪਹਿਲਾਂ। 30 ਸਾਲ ਬਾਅਦ ਫੇਰ ਉਹੀ ਰੇਟ ਦੇ ਰਹੇ ਹੋ, ਪਰ ਬਾਕੀ ਚੀਜ਼ਾਂ ਦੀ ਗੱਲ ਕੀਤੀ, ਉਹਨਾਂ ਨੇ ਪੈਟਰੋਲ ਡੀਜ਼ਲ ਦੀ ਗੱਲ ਕੀਤੀ, ਤਾਂ ਸਰਕਾਰ ਸਿਰਫ ਕੇਬਲ ਵਾਲਿਆਂ ਦੇ ਪਿੱਛੇ ਕਿਉਂ ਪਈ ਹੈ? ਸਰਕਾਰ ਕਿਸੇ ਕੇਬਲ ਵਾਲੇ ਦੇ ਪਿੱਛੇ, ਔਰ ਤੁਸੀਂ ਇਹ ਸਵਾਲ ਮੇਰੇ ਤੋਂ ਕਰੋਗੇ, ਜਿੰਨਾ ਤੁਸੀਂ ਇਹ ਸਵਾਲ ਕਰੋਗੇ, ਅਗਰ ਮੀਡੀਆ ਇੱਕ ਸਵਾਲ ਕਰੇਗਾ ਕਿ ਸਰਕਾਰ ਕੇਬਲ ਵਾਲਿਆਂ ਦੇ ਪਿੱਛੇ ਕਿਉਂ ਪਈ ਹੈ, ਤਾਂ ਮੈਨੂੰ ਲੱਗਦਾ ਫਿਰ ਕੋਈ ਗੱਲ ਹੀ ਨਹੀਂ ਰਹਿ ਜਾਂਦੀ। ਤੁਸੀਂ ਦੱਸ ਦਿਓ ਕਿ ਕੇਬਲ ਵਾਲਿਆਂ ਨੇ ਲੁੱਟਿਆ ਕਿ ਨਹੀਂ ਲੁੱਟਿਆ, ਮੈਂ ਤੁਹਾਨੂੰ ਹੀ ਪੁੱਛਣਾ ਚਾਹੁੰਦਾ। ਐਟਲੀਸਟ ਜਿਹੜਾ ਦਿਲ ਕੀਤਾ, ਕਈ ਚੈਨਲਸ ਫੇਲ ਕਰਤੇ ਉਹਨਾਂ ਨੇ, ਕਈ ਲੋਕ ਮਾਰ ਦਿੱਤੇ ਉਹਨਾਂ ਨੇ, ਆਪਦੀ ਮਰਜ਼ੀ ਨਾਲ ਉਹਨਾਂ ਨੂੰ ਰਿਲੀਜ਼ ਕੀਤਾ। ਕਮ ਸੇ ਕਮ ਤੁਹਾਨੂੰ ਐਪਰੀਸ਼ੀਏਟ ਜ਼ਰੂਰ ਕਰਨਾ ਚਾਹੀਦਾ ਹੈ ਕਿ ਕੇਬਲ ਮਾਫੀਆ ਖਤਮ ਹੋਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੇ ਲੁੱਟ ਲਿਆ ਪੰਜਾਬ ਨੂੰ, ਉਹਨਾਂ ਦੇ ਅਗਰ ਮੀਡੀਆ ਇਹ ਗੱਲ ਕਰੇਗੀ ਵੀ ਤੁਸੀਂ ਉਹਨਾਂ ਦੇ ਪਿੱਛੇ ਪਏ ਹੋ, ਤਾਂ ਫਿਰ ਤਾਂ ਬਹੁਤ ਮਾੜੀ ਗੱਲ ਹੈ ਦੋਸਤੋ। ਸਾਹਿਬ ਉਹਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸਵਾਲ ਕਿ ਇੱਕ ਮੋਨੋਪਲੀ ਹੈ, ਕੇਬਲ ਵਿੱਚ ਇੱਕ ਮੋਨੋਪਲੀ ਹੈ, ਮਾਫੀਆ ਦੀ ਜਦੋਂ ਗੱਲ ਹੋ ਰਹੀ ਸੀ, ਉਹਨਾਂ ਨੇ ਕਿਹਾ ਕੋਈ ਮੋਨੋਪਲੀ ਨਹੀਂ। ਉਹ ਕਹਿੰਦੇ ਜਿਸ ਦਾ ਕੰਮ ਚੱਲ ਜਾਂਦਾ ਉਸ ਦੇ ਨਾਂ ਦੇ ਨਾਲ ਮਾਫੀਆ ਜੁੜ ਜਾਂਦਾ, ਚਾਹੇ ਉਹ ਟਰਾਂਸਪੋਰਟ ਹੋਵੇ, ਹੋਵੇ ਚਾਹੇ ਕੇਬਲ। ਤੁਸੀਂ ਦੱਸ ਦਿਓ ਮੋਨੋਪਲੀ ਹੈਗੀ ਹੈ ਕਿ ਨਹੀਂ ਹੈਗੀ। ਦਿਸ ਇਜ਼ ਅਪ ਟੂ ਯੂ, ਤੁਸੀਂ ਯੂ ਕੈਨ ਰਾਈਟ ਇਟ ਡਾਊਨ। ਤੁਹਾਨੂੰ ਜ਼ਿਆਦਾ ਪਤਾ ਹੈ ਕਿ ਮੋਨੋਪਲੀ ਹੈਗੀ ਹੈ ਕਿ ਨਹੀਂ। ਤੁਸੀਂ ਦੱਸ ਦਿਓ ਕਿ ਟਰਾਂਸਪੋਰਟ 'ਚ ਮੋਨੋਪਲੀ ਹੈਗੀ ਸੀ ਕਿ ਨਹੀਂ ਹੈਗੀ ਸੀ। ਜੋ ਨਾਮ ਇਦਾਂ ਨਹੀਂ ਜੁੜਦਾ, ਨਾਮ ਕਿਸੇ ਗੱਲ ਕਰਕੇ ਜੁੜਦਾ ਹੈ। ਮੋਨੋਪਲੀ ਸੀ ਤਾਂ ਉਹਨਾਂ ਦਾ ਨਾਮ ਜੁੜਦਾ ਹੈ। ਆ ਬੱਸਿਸ 1 ਲੱਖ ਕਿਲੋਮੀਟਰ ਦਾ ਹੇਰ ਫੇਰ ਹੈ ਯਾਰ, 1 ਲੱਖ ਕਿਲੋਮੀਟਰ ਦਾ।
ਅੱਜ ਹਾਈ ਕੋਰਟ ਚਲੇ ਗਏ ਸਟਾਰਟ ਦੇ ਖਿਲਾਫ ਕਿ ਜਿਹੜਾ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤਾ ਸੀ ਕਿ 15 ਦਿਨਾਂ ਦੇ ਅੰਦਰ ਅੰਦਰ ਸਟਾਰਟ ਫੈਸਲਾ ਕਰੇ। ਉਹਦੇ ਚ ਰਾਜਗੁਰੂ, ਆਰਬਿਟ ਐਵੀਏਸ਼ਨ ਤੇ ਇੱਕ ਅਮਰੀਕ, ਜਿਹੜੀ ਰਾਜਗੁਰੂ ਵੀ ਇਹਨਾਂ ਨੇ ਲਈ ਵੀ ਹੈ। ਅੱਜ ਮੈਨੂੰ ਪਤਾ, ਮੈਂ ਪਤਾ ਕਰਿਆ ਕਿ ਜਿਹੜੀ SLP ਦਾਖਲ ਹੋਈ ਹੈ ਇਹ ਰਾਜਗੁਰੂ ਕੀ ਰਹੀ ਹੈ। ਚਲੋ ਰਾਜਧਾਨੀ ਤਾਂ ਉਹਨਾਂ ਦੀ ਹੈ, ਇਹ ਰਾਜਗੁਰੂ ਕੀ ਰਹੀ ਹੈ। ਤਾਂ ਪਤਾ ਲੱਗਿਆ ਕਿ ਰਾਜਗੁਰੂ ਵੀ ਜਿਹੜੀ ਹੈ ਇਹਨੂੰ ਵੀ ਸੁਖਬੀਰ ਓਨ ਕਰਦਾ। ਇੰਨੀਆਂ ਕੰਪਨੀਆਂ ਹੈ, ਕਿਸੇ ਨੂੰ ਪਤਾ ਹੀ ਨਹੀਂ ਕਿ ਰਾਜਧਾਨੀ ਇਹ ਓਨ ਕਰਦੇ ਹੈ, ਕਿਸੇ ਨੂੰ ਪਤਾ ਹੀ ਨਹੀਂ ਕਿ ਸਵਾਗਤਮ ਕੰਪਨੀ ਇਹ ਓਨ ਕਰਦੇ ਹੈ, ਕਿਸੇ ਨੂੰ ਪਤਾ ਹੀ ਨਹੀਂ ਕਿ ਇੰਡੋ ਕੈਨੇਡੀਅਨ ਵੀ ਇਹੀ ਓਨ ਕਰਦੇ ਹੈ, ਕਿਸੇ ਨੂੰ ਇਹ ਗੱਲ ਪਤਾ ਹੀ ਨਹੀਂ ਕਿ ਜ਼ਿੰਗ ਵੀ ਇਹੀ ਓਨ ਕਰਦੇ ਹੈ, ਕਿਸੇ ਨੂੰ ਇਹ ਨਹੀਂ ਪਤਾ ਕਿ A to Z ਵੀ ਇਹੀ ਓਨ ਕਰਦੇ ਹੈ, ਕਿਸੇ ਨੂੰ ਇਹ ਪਤਾ ਹੀ ਨਹੀਂ ਕਿ ਡੱਬਲ ਵੀ ਇਹੀ ਓਨ ਕਰਦੇ ਹੈ, ਕਿਸੇ ਨੂੰ ਇਹ ਪਤਾ ਹੀ ਨਹੀਂ ਕਿ ਤਾਜ ਵੀ ਇਹੀ ਓਨ ਕਰਦੇ ਹੈ। ਕਿਉਂਕਿ ਵੱਖਰੇ ਵੱਖਰੇ ਰੰਗ ਹੈ ਤੇ ਵੱਖਰੀਆਂ ਵੱਖਰੀਆਂ ਗੱਲਾਂ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ। ਬਿਲਕੁਲ ਜਿਹੜੇ ਪਰਮਿਟ ਰੱਦ ਕੀਤੇ ਗਏ ਆ, ਜਿਹੜਾ ਸਟੇਟ ਦਾ ਫੈਸਲਾ, ਸਟੇਟ ਟ੍ਰਿਬਿਊਨਲ ਦਾ ਫੈਸਲਾ, ਇਹਦੇ ਬਾਰੇ ਪੰਜਾਬੀਆਂ ਨੂੰ ਜਿਹੜਾ ਤੁਸੀਂ ਇਹ ਸਟੇਟ ਹਾਂਜੀ ਸਟੇਟ ਜਿਹੜਾ ਸਟਾਰਟ ਇਟਸ ਅ ਟ੍ਰਿਬਿਊਨਲ, ਜਿਹੜਾ ਟਰਾਂਸਪੋਰਟ ਦਾ ਟ੍ਰਿਬਿਊਨਲ ਹੈ ਉਹਦਾ ਇਹ ਫੈਸਲਾ ਹੈ ਕਿਉਂਕਿ ਇਹ ਹਾਈ ਕੋਰਟ ਚ ਗਏ ਸੀ ਪਹਿਲਾਂ ਇੱਕ ਵਿਅਕਤੀ। ਇਹ ਜੁਝਾਰ ਵਾਲੇ ਨੇ ਕਿੰਨੇ ਕਰੋੜ ਦਾ ਚੂਨਾ ਲਾਇਆ ਇਹਨਾਂ ਨੇ? ਅਗਰ ਆਲ ਟੂਗੇਦਰ ਇਸ ਫੈਸਲੇ ਦੀ ਗੱਲ ਕਰੀਏ ਕਿ ਇਹ 9.5 ਸਾਲਾਂ ਬਾਅਦ ਲਾਗੂ ਹੋਇਆ, ਮਤਲਬ 2012 ਚ ਹੋਣਾ ਚਾਹੀਦਾ ਸੀ, 9.5 ਸਾਲ ਹੋ ਗਏ, ਯਾਨੀ ਕਿ 3470 ਦਿਨ ਬਣਦੇ 365 ਦੇ ਹਿਸਾਬ ਨਾਲ। ਤੇ ਸਾਨੂੰ 42 ਕਿਲੋਮੀਟਰ ਜਿਹੜਾ ਔਨ ਐਨ ਐਵਰੇਜ ਜਿਹੜਾ PRTC ਤੇ ਪਨਬਸ 42 ਰੁਪਏ ਦਾ ਸਾਨੂੰ ਪਰ ਕਿਲੋਮੀਟਰ ਰੈਵਨਿਊ ਆਉਂਦਾ ਹੈ। ਅਗਰ ਅਸੀਂ ਐਵਰੇਜ ਕੱਢ ਲਈਏ 42 ਰੁਪਏ ਪਰ ਕਿਲੋਮੀਟਰ ਰੈਵਨਿਊ ਆਉਂਦਾ ਹੈ। ਤੇ ਜੇ 42 ਰੁਪਏ ਇੰਟੂ 3470 ਦਿਨ ਜੋੜ ਦਈਏ ਤਾਂ ਇਜ਼ ਇਕੁਅਲ ਟੂ 1400 ਕਰੋੜ ਦਾ ਇਸ ਫੈਸਲਾ ਲਾਗੂ ਨਾ ਕਰਕੇ ਹੀ ਨੁਕਸਾਨ ਹੋ ਗਿਆ। 1400 CR ਦਾ ਨੁਕਸਾਨ ਹੋ ਗਿਆ। ਜੇ ਉਹੀ ਲੱਖ ਕਿਲੋਮੀਟਰ ਤੇ ਸਾਡੀਆਂ ਬੱਸਸ ਚੱਲਦੀਆਂ ਜਾਂ ਹੋਰ, ਉਹ ਸਾਨੂੰ ਰੈਵਨਿਊ ਆਉਣਾ ਸੀ, ਜਿੱਥੇ ਇਹਨਾਂ ਨੇ ਮੋਨੋਪੋਲਾਈਜ਼ ਕਰਕੇ ਆਪਦੀਆਂ ਦੱਬੀ ਚ ਦੇ ਕੰਮ। ਵੜਿੰਗ ਸਾਹਿਬ, ਇਸ ਕੌਨਫੀਡੈਂਸ ਦਾ ਕੀ ਰਾਜ਼ ਹੈ ਕਿ ਤੁਹਾਨੂੰ ਜਦੋਂ ਤੁਸੀਂ ਕੰਮ ਕਰ ਰਹੇ ਹੋ ਤੇ ਚੈਲੰਜ ਕਦਮ ਕਦਮ ਤੇ ਮਿਲਦੇ ਹੈ, ਤੇ ਅੱਜ ਵੀ ਜਦੋਂ ਕੇਬਲ ਵਾਲੀ ਗੱਲ ਹੋ ਰਹੀ ਸੀ ਉਹ ਕਹਿੰਦੇ ਨੋਟੀਫਿਕੇਸ਼ਨ ਦਿਖਾਓ, ਚੈਲੰਜ ਇਸ ਕੌਨਫੀਡੈਂਸ ਦਾ ਕੀ ਰਾਜ਼ ਹੈ? ਕੌਣ ਕਹਿ ਰਿਹਾ ਸੀਗਾ ਕਿ ਕੇਬਲ ਵਾਲੇ ਬੰਦੇ ਉੱਥੇ ਆਏ ਹੋਏ ਸੀ, ਉਹ ਕਹਿ ਰਹੇ ਸੀ ਕਿ ਨੋਟੀਫਿਕੇਸ਼ਨ ਦਿਖਾਵੇ ਸਰਕਾਰ 100 ਰੁਪਏ ਵਾਲਾ। ਹਜੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਸ਼ਾਇਦ 1 ਮਹੀਨਾ ਕੁ ਰਹਿ ਗਿਆ ਸਰਕਾਰ ਦਾ, ਇਸ ਕਰਕੇ ਥੋੜਾ ਜਿਹਾ ਉਤੇਜਨਾ ਚ ਬੋਲ ਰਹੇ ਨੇ। ਬਟ ਮੈਨੂੰ ਲੱਗਦਾ ਕਿ ਇਹ ਜਿਹੜੇ ਝੂਠੇ ਚੈਲੰਜਸ ਜਾਂ ਇਹੋ ਜਿਹੀਆਂ ਆਦਤਾਂ ਸੁਖਬੀਰ ਸਿੰਘ ਬਾਦਲ ਨੇ ਮਗਰਲੇ 10 ਸਾਲਾਂ ਚ ਪਾਈਆਂ ਉਹਨਾਂ ਲੋਕਾਂ ਨੂੰ, ਇਹ ਹੌਲੀ ਹੌਲੀ ਆਦਤਾਂ ਜਾਣੀਆਂ। ਕਿਉਂਕਿ ਸੁਖਬੀਰ ਸਿੰਘ ਬਾਦਲ ਜਿੱਥੇ ਜਾਂਦਾ ਕਿ ਮੈਂ ਇਹਦੇ ਅਫਸਰ ਦਾ ਨਾਮ ਡਾਇਰੀ ਚ ਲਿਖ ਲਿਆ, ਮੈਨੂੰ ਤਾਂ ਲੱਗਦਾ ਨਹੀਂ ਕਿ ਜਿਹੜੇ ਆਫੀਸਰਸ ਨੇ ਫੜ ਕੇ ਅੰਦਰ ਦਿੱਤਾ ਸੀ ਸੁਖਬੀਰ ਸਿੰਘ ਬਾਦਲ ਨੂੰ, ਉਹਨਾਂ ਦਾ ਕੀ ਕਰਤਾ ਸੁਖਬੀਰ ਸਿੰਘ ਬਾਦਲ ਨੇ। ਅਗਰ ਵਿਅਕਤੀ ਸੱਚਾ ਹੈ ਤਾਂ ਇਹੋ ਜਿਹੇ ਸੁਖਬੀਰ ਸਿੰਘ ਬਾਦਲ ਬਹੁਤ ਤੁਰੇ ਫਿਰਦੇ ਆ, ਕੋਈ ਕਿਸੇ ਦਾ ਕੁਝ ਨਹੀਂ ਵਿਗਾੜ ਸਕਦੇ। ਅਗਰ ਪੈਸੇ ਤੇ ਤਾਕਤ ਦੀ ਗੱਲ ਕਰੀਏ ਤਾਂ ਇਹਨਾਂ ਕੋਲ ਬੜੀ ਤਾਕਤ ਰਹੀ, ਪਰ ਇਹਨਾਂ ਨੂੰ ਹਜਮ ਇਹ ਨਹੀਂ ਹੋ ਰਿਹਾ। ਮੈਂ ਕਿਸੇ ਪੁਲਿਸ ਵਾਲੇ ਕਰਮਚਾਰੀ ਨੂੰ ਕਿਹਾ ਜਿਹੜਾ ਰਿਟਾਇਰ ਹੋਣ ਦੇ ਕਿਨਾਰੇ ਸੀ, ਮੈਂ ਕਿਹਾ ਕਦੇ ਬਾਦਲ ਵਾਲਿਆਂ ਦੀ ਬੱਸ ਥਾਣੇ 'ਚ ਦੇਖੀ ਹੈ? ਕਹਿੰਦੇ ਸਰ ਮੈਂ ਕਦੇ ਆਪਦੀ ਜ਼ਿੰਦਗੀ 'ਚ 40 ਸਾਲਾਂ ਦੀ ਨੌਕਰੀ ਦੇ ਵਿੱਚ ਕਦੇ ਬਾਦਲ ਪਰਿਵਾਰ ਦੀ ਬੱਸ ਥਾਣੇ 'ਚ ਨਹੀਂ ਵੇਖੀ। ਮੈਂ ਕਿਹਾ ਕਦੇ ਚਲਾਨ ਕੱਟਿਆ ਉਹਨਾਂ ਦਾ? ਕਹਿੰਦੇ ਨਹੀਂ ਸਰ ਮੈਂ ਕਦੇ ਚਲਾਨ ਕੱਟ ਕੇ ਵੀ ਬਾਦਲ ਵਾਲੇ ਦੀ ਬੱਸ ਦਾ ਨਹੀਂ ਵੇਖਿਆ। ਤੇ ਮੈਂ ਕਿਹਾ ਹੁਣ? ਕਹਿੰਦਾ ਜੀ ਹੁਣ ਨਜ਼ਾਰਾ ਆ ਰਿਹਾ ਮੈਨੂੰ। ਈਵਨ ਜਿਹੜੇ ਲੋਕ ਇਹਨਾਂ ਦੀ ਬੱਸ 'ਚ ਬੈਠੇ ਹੁੰਦੇ, ਕੱਲ ਇੱਕ ਮੈਨੂੰ ਲੇਡੀ ਮਿਲੀ, ਮੈਂ ਸਬਵੇ ਖਾ ਰਿਹਾ ਸੀ ਰਾਸਤੇ ਦੇ ਵਿੱਚ ਇੱਥੋਂ ਰਾਜਪੁਰੇ ਕੋਲ, ਤੇ ਉੱਥੋਂ ਇੱਕ ਲੇਡੀ, ਦੋਨੇ ਮਾਂ ਬੇਟੀ ਸੀਗੀਆਂ, ਉਹ ਮੈਨੂੰ ਕਹਿੰਦੀਆਂ ਕਿ ਵੜਿੰਗ ਸਾਹਿਬ ਮੈਂ ਬਠਿੰਡੇ ਜਾ ਰਹੀ ਹਾਂ ਤੇ ਮੇਰੀ ਬੇਟੀ ਮੈਨੂੰ ਛੱਡਣ ਜਾ ਰਹੀ ਹੈ। ਮੈਂ ਵੈਸੇ ਤਾਂ ਜਿਹੜੀ ਵੋਲਵੋ ਤੇ ਆਉਂਦੀ ਸੀ ਤੇ ਅੱਜ ਵੋਲਵੋ ਹੁਣ ਬੰਦ ਹੋ ਗਈਆਂ ਤੇ ਮੈਨੂੰ ਮੇਰੀ ਬੇਟੀ ਛੱਡਣ ਜਾ ਰਹੀ ਹੈ, ਪਰ ਮੈਂ ਖੁਸ਼ ਬਹੁਤ ਹਾਂ। ਮੈਨੂੰ ਸੰਤੁਸ਼ਟੀ ਹੈ ਕਿ ਕਿਸੇ ਵਿਅਕਤੀ ਨੇ ਜਾਂ ਕਿਸੇ ਸਰਕਾਰ ਨੇ ਇਹ ਜ਼ੁਰਤ ਕੀਤੀ ਕਿ ਬਾਦਲ ਵਾਲਿਆਂ ਦੀ ਬੱਸ ਵੀ ਪੁਲਿਸ ਸਟੇਸ਼ਨ ਦੇ ਬਾਹਰ ਖੜ ਸਕਦੀ ਹੈ, ਜਿਹੜੇ ਕਿ ਨੋਰਮਸ ਦੀ ਉਲੰਘਣਾ ਕਰਨਗੇ। ਨਹੀਂ ਤਾਂ ਇਹ ਲੋਕਾਂ ਨੇ ਹਜ਼ਾਰਾਂ ਲੋਕ ਮਾਰ ਦਿੱਤੇ ਗਏ, ਹਜ਼ਾਰਾਂ ਬੱਚੇ ਮਾਰ ਗਏ। ਉਹ ਮੋਗਾ ਕਾਂਡ ਮੈਨੂੰ ਹਜੇ ਤੱਕ ਭੁੱਲਿਆ ਨਹੀਂ, ਉਹ ਚੰਨੂ ਕਾਂਡ ਹਜੇ ਤੱਕ ਭੁੱਲਿਆ ਨਹੀਂ ਹੈ, ਜਿੱਥੇ ਮਾਪਿਓ ਦੇ ਬੱਚਿਆਂ ਦੀਆਂ ਲਾਸ਼ਾਂ ਦਾ ਸੌਦਾ ਕੀਤਾ ਗਿਆ ਧੱਕੇ ਨਾਲ। ਉਹਨਾਂ ਨੂੰ ਕਿਹਾ ਕਿ ਆ ਲਓ 20 ਲੱਖ ਰੁਪਇਆ, ਤੁਹਾਡੀ ਧੀ ਸਾਡੇ ਤੋਂ ਮਰ ਗਈ ਹੈ, ਪਰ ਉਹਨੂੰ ਜਬਰੀ ਪੁਲਿਸ ਦੇ ਕਰਮਚਾਰੀਆਂ ਨੇ, ਵੱਡੇ ਵੱਡੇ ਆਫੀਸਰਾਂ ਨੇ ਬਹਾ ਕੇ ਉਹਦੇ ਨਾਲ
ਉਹਦਾ ਹਜੇ ਅੰਤਿਮ ਸੰਸਕਾਰ ਨਹੀਂ ਹੋਇਆ ਸੀ, ਉਹਨੂੰ ਨੈਗੋਸ਼ੀਏਟ ਕੀਤਾ ਗਿਆ। ਇਸੇ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਮੋਗਾ ਕਾਂਡ ਤੁਸੀਂ ਦੇਖਿਆ ਹੋਣਾ, ਤੇ ਉਹਨੂੰ ਆਪਦੀ ਬੇਟੀ ਦਾ ਮਜਬੂਰਨ ਤੌਰ ਤੇ ਸੌਦਾ ਕਰਨਾ ਪਿਆ, ਜਿਹਨੂੰ ਅਣਗਹਿਲੀ ਦੇ ਨਾਲ ਇੱਕ ਕੰਡਕਟਰ ਨੇ ਧੱਕਾ ਮਾਰ ਕੇ ਉਹਦੀ ਸਭ ਕੁਝ, ਪੂਰਾ ਪਰਿਵਾਰ ਖਤਮ ਕਰਤਾ। ਉਸ ਤੋਂ ਬਾਅਦ ਕਿਸੇ ਨੇ ਪੁੱਛਿਆ ਵੀ ਨਹੀਂ ਹੋਣਾ ਉਸ ਪਰਿਵਾਰ ਨੂੰ। ਕੈਂਡਲ ਮਾਰਚਿਸ ਹੋਏ, ਹੋਰ ਹੋਏ, ਲੇਕਿਨ ਕਿਸੇ ਨੇ ਉਸ ਪਰਿਵਾਰ ਦੀ ਚੀਕ ਨਹੀਂ ਸੁਣੀ। ਔਰ ਇਹੋ ਜਿਹੇ ਹਜ਼ਾਰਾਂ ਲੋਕ ਇਹਨਾਂ ਦੀਆਂ ਬੱਸਾਂ ਦੇ ਥੱਲੇ ਆ ਕੇ ਇਹਨਾਂ ਲੋਕਾਂ ਨੇ ਮਾਰ ਦਿੱਤੇ ਗਏ, ਪਰ ਕਿਸੇ ਦੀ ਜ਼ਰੂਰਤ ਨਹੀਂ ਸੀ। ਮਰਨ ਤੋਂ ਬਾਅਦ ਘਰੇ ਜਾ ਕੇ ਉਹਨਾਂ ਦੀ ਜ਼ਮਾਨਤ ਲੈ ਲਈ ਜਾਂਦੀ ਸੀ, ਫਾਰਮੈਲਿਟੀ ਤੌਰ ਤੇ FIR ਕਰ ਦਿੱਤੀ ਜਾਂਦੀ ਸੀ। ਅਸੀਂ ਇਹ ਵੀ ਕਾਨੂੰਨ ਬਣਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜਾ ਬੱਸ ਦੇ ਥੱਲੇ ਕੋਈ ਵਿਅਕਤੀ ਐਸਾ ਹੋ ਜਾਂਦਾ, ਉਹਦਾ ਪੱਕੇ ਤੌਰ ਤੇ ਉਹਦਾ ਕੈਂਸਲੇਸ਼ਨ ਨਹੀਂ ਹੋਣੀ ਚਾਹੀਦੀ, ਜਾਂ ਰਾਜੀਨਾਮਾ ਨਹੀਂ, ਉਹਦਾ ਚਲਾਨ ਪੇਸ਼ ਹੋਣਾ ਚਾਹੀਦਾ ਜ਼ਰੂਰ। ਬ੍ਰਿਕ ਸਾਹਿਬ, ਤੁਹਾਡੇ ਡਰਾਈਵਰਾਂ ਦਾ ਹਜੇ ਤੱਕ ਬੀਮਾ ਨਹੀਂ, ਕਿਸੇ ਵੀ ਸਰਕਾਰੀ ਬੱਸ ਦੇ ਡਰਾਈਵਰ ਦਾ ਬੀਮਾ ਨਹੀਂ। ਜੇ ਕੁਝ ਵੀ ਹੋ ਜਾਂਦਾ ਤਾਂ ਕੋਈ ਉਹਨਾਂ ਦਾ ਵਾਲੀਵਾਰਸ। ਨੰਬਰ 1। ਨੰਬਰ 2, ਟਰਾਂਸਪੋਰਟ ਮਾਫੀ ਵੀ ਤਾਂ ਚਲੋ ਤੁਸੀਂ ਲੱਤ ਪਾ ਲਈ ਥੱਲੇ ਪਾਸੇ ਬੱਸਾਂ ਵਾਲੇ ਤੇ, ਪਰ ਟਿੱਪਰ ਜਿਹੜੇ ਰੇਤ ਮਾਫੀ ਵਾਲੇ ਨੇ, ਇਹ ਸਾਰੀ ਦਿਨ ਰਾਤ ਮਾਨਸ਼ਾਹੀਆ ਸਾਹਿਬ ਛੋਟੇ ਛੋਟੇ ਜਿੰਨੇ ਵੀ ਟਿੱਪਰ ਵਾਲੇ ਆ ਨਾ, ਇਹਨਾਂ ਦਾ ਤਾਂ ਇਹ ਛੋਟੀਆਂ ਛੋਟੀਆਂ ਮੱਛੀਆਂ ਮੈਂ ਜਦੋਂ ਮਰਜ਼ੀ ਫੜ ਲਾਂਗੇ, ਪਰ ਮੇਰਾ ਧਿਆਨ ਵੱਡੇ ਮਗਰਮੱਛਾਂ ਵੱਲ ਸੀ। ਮੇਰੇ ਕੋਲੇ 60 ਦਿਨ ਦਾ ਤੁਸੀਂ ਮੈਨੂੰ ਮੌਕਾ ਦਿੱਤਾ ਹੈ। 60 ਦਿਨਾਂ ਦੇ ਵਿੱਚ ਪਹਿਲਾਂ ਮੈਂ ਸੋਚਿਆ ਕਿ ਮਗਰਮੱਛਾਂ ਨੂੰ, ਜਿਨ੍ਹਾਂ ਨੂੰ ਕੋਈ ਮਾਰ ਹੀ ਨਹੀਂ ਸਕਦਾ, ਪਹਿਲਾਂ ਇਹਨਾਂ ਨੂੰ ਸਿੱਟ ਲਈਏ। ਇਹਨਾਂ ਮੱਛੀਆਂ ਨੂੰ ਤਾਂ ਇਹ ਆਪਣੇ ਆਪ ਜਦੋਂ ਮਗਰਮੱਛ ਮਾਰ ਲਏ ਤਾਂ ਮੱਛੀਆਂ ਉਹਨਾਂ ਨੂੰ ਵੇਖ ਕੇ ਭੱਜ ਜਾਣਗੀਆਂ। ਸੋ ਇਸ ਕਰਕੇ ਕਿਰਪਾ ਕਰਕੇ ਤੁਸੀਂ ਦੇਖੋ ਕਿ 2 ਮਹੀਨਿਆਂ ਦੇ ਅੰਦਰ ਅੰਦਰ ਫੈਸਲੇ, 12-12 ਸਾਲ ਪੈਂਡਿੰਗ ਫੈਸਲੇ, ਸਟੈਟ, ਕੋਰਟ, ਇੰਟੈਗਰਲ ਕੋਚੇਜ਼, ਇਹ ਸਭ ਲੜਾਈਆਂ ਸੁਪਰੀਮ ਕੋਰਟ ਤੱਕ ਕੇਸਿਸ ਪਹੁੰਚ ਗਏ। ਮਾਫੀ ਹੈਗਾ ਇਹ ਟਿੱਪਰ, ਛੋਟੇ ਟਿੱਪਰ ਨਹੀਂ ਕਿਸੇ ਆਮ ਲੋਕਾਂ ਦੇ ਨਹੀਂ ਚੱਲਦੇ, ਇਹ ਸਿਰਫ ਤੁਹਾਡੇ ਜਾਂ ਅਕਾਲੀਆਂ ਦੇ, ਕਾਂਗਰਸੀਆਂ ਦੇ, ਹੋਰ ਲੀਡਰਾਂ ਦੇ। ਮੈਂ ਤਾਂ ਇੱਕ ਹੀ ਗੱਲ ਕਹਿ ਸਕਦਾ ਮਾਨਸ਼ਾਹੀਆ ਸਾਹਿਬ, ਮੈਂ ਰਾਤ ਨੂੰ ਵਿਹਲਾ ਹੁੰਦਾ, ਕਿਸੇ ਦਿਨ ਤੁਸੀਂ ਕੈਮਰਾ ਲੈ ਕੇ ਆ ਜਾਓ, ਜਿਹੜਾ ਟਿੱਪਰ ਕਹੋਗੇ, ਜਿਹੜੇ ਕਾਂਗਰਸੀ ਦਾ ਤੁਹਾਨੂੰ ਟਿੱਪਰ ਲੱਗਦਾ ਹੈ, ਪਹਿਲਾਂ ਕਾਂਗਰਸੀ ਦਾ ਫੜਾਂਗੇ। ਮੈਂ ਤਮਾਮ ਮੀਡੀਆ ਨੂੰ ਇਹ ਗੱਲ ਕਹਿਣਾ, ਤੁਹਾਨੂੰ ਇਹ ਲੱਗਦਾ ਕਿ ਕਿਸੇ ਕਾਂਗਰਸੀ ਦਾ ਟਿੱਪਰ ਚੱਲਦਾ ਹੈ, ਬਿਲਕੁਲ ਹੋ ਸਕਦਾ ਚੱਲਦਾ ਹੋਵੇ, ਮੈਂ ਇਸ ਗੱਲ ਨੂੰ ਨਹੀਂ ਕਹਿ ਰਿਹਾ। ਜੇ ਚੱਲਦਾ ਪਲੀਜ਼ ਕੈਮਰਾ ਤੇ ਆਪਦਾ ਉਹ ਨਾਲ ਲਾਓ ਤੇ ਆਪਾਂ ਅੱਜ ਹੀ ਰਾਤ ਚੱਲਦੇ ਹਾਂ। ਮੈਨੂੰ ਵੀ ਰਾਤ ਨੂੰ ਨਾਲੇ ਆਪਾਂ ਭਾਲਦੇ ਹਾਂ ਕੋਈ ਨਾ ਕੋਈ, ਪਰ ਕਈ ਵਾਰੀ ਹੁੰਦਾ ਕਿ ਸਾਡੇ ਤੇ ਆਪੋਜੀਸ਼ਨ ਇਸ ਤਰ੍ਹਾਂ ਦੇ ਇਲਜ਼ਾਮਾਤ ਲਾ ਦਿੰਦੀ ਹੈ। ਕੋਈ ਹੋਏਗਾ, ਇੱਕ ਗੰਦੀ ਮੱਛਲੀ ਵੀ ਹੁੰਦੀ ਹੈ ਜਿਹੜੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ, ਔਰ ਅਗਰ ਐਸੀ ਕੋਈ ਗੰਦੀ ਮੱਛਲੀ ਹੈ ਜਿਹੜਾ ਟਿੱਪਰ ਚੱਲ ਰਿਹਾ ਹੈ, ਉਹ ਫੜ ਸਕਦੇ। ਤੁਸੀਂ ਮੇਰੀ ਮਦਦ ਕਰੋ, ਆਪਾਂ ਫੜ ਲਾਂਗੇ। ਚੱਲੋਗੇ, ਕਈ ਵਾਰ ਫੋਨ ਚੱਕਦੇ ਨਹੀਂ ਅੱਜ ਕੱਲ੍ਹ ਦੇ। ਹਾਂ, ਮੈਂ ਇੰਟਰਵਿਊ ਵਾਸਤੇ ਨਹੀਂ ਚੱਕਦਾ, ਪਰ ਜੇ ਇਹੋ ਜਿਹਾ ਕੰਮ ਹੈ ਤਾਂ ਹੁਣੇ ਹੀ ਚੱਲਦੇ ਆ। ਚਲੀਏ ਅੱਜ ਚੱਲ ਪਈਏ। ਪੱਕਾ ਡਨ। ਬਹੁਤ ਕੁਝ ਐਸਾ ਹੋਣ ਲੱਗ ਗਿਆ ਕਿ ਜਿਵੇਂ ਤੁਸੀਂ ਛਾਪੇ ਕਰਨ ਲੱਗ ਗਏ ਤਾਂ ਬੜਾ ਚੰਗਾ ਲੱਗਦਾ ਜੀ, ਹਨਾ ਵੀ ਸਰਕਾਰ ਸਾਡੇ ਵਿੱਚ ਬਦਲ ਕੇ ਆ ਗਈ। ਵੈਸੇ ਚਲੋ ਕੈਪਟਨ ਸਾਹਿਬ ਵੀ ਤੁਹਾਡੇ ਸੀ, ਪਰ ਤੁਸੀਂ 4.5 ਸਾਲ ਬਾਅਦ ਬੋਲੇ, ਚਲੋ ਚੰਗਾ ਲੱਗਿਆ। CM ਚੰਨੀ ਕਹਿੰਦੇ ਨੇ ਕਿ ਮੈਂ ਆਮ ਘਰਾਂ ਦੇ ਵਿੱਚੋਂ ਉੱਠਿਆ ਹੋਇਆ। ਅੱਜ ਮੁੱਖ ਮੰਤਰੀ ਚੰਨੀ ਨੇ ਪੰਜਾਬ ਯੂਨੀਵਰਸਿਟੀ ਪਟਿਆਲੇ ਜਾਣਾ ਸੀਗਾ, ਉੱਥੇ ਪਟਿਆਲੇ ਜਾਣ ਤੋਂ ਪਹਿਲਾਂ 300 ਜਿਹੜੇ ਮੁੰਡੇ ਸੀ, ਉਹ ਜਿਹੜੇ ਬਾਹਰ ਦੇ ਭਰਤੀ ਕੀਤੇ, ਉਹ ਮਸਲੇ ਨੂੰ ਲੈ ਕੇ ਉੱਥੇ ਇੱਕ ਨੌਜਵਾਨ ਲੱਖਾ ਸਿਧਾਣਾ ਨੂੰ ਮਿਲਣ ਲਈ ਆਇਆ। ਉਹ ਹਜੇ ਚੰਨੀ ਜੀ ਉੱਥੇ ਪਹੁੰਚੇ ਨਹੀਂ ਸੀ, ਲੱਖਾ ਸਿਧਾਣਾ ਨੂੰ SSP ਪਟਿਆਲਾ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ। ਇਹੋ ਜਿਹੀ ਚੀਜ਼ਾਂ ਸੀ ਆਮ ਘਰਾਂ ਦੇ ਉੱਠੇ ਹੋਏ ਬੰਦੇ ਤੋਂ ਐਕਸਪੈਕਟ ਨਹੀਂ ਕਰਦੇ, ਜਾਂ ਤਾਂ ਚੰਨੀ ਸਾਹਿਬ ਨੂੰ ਪਤਾ ਹੀ ਨਹੀਂ ਹੁੰਦਾ ਕਿ ਪੁਲਿਸ ਉੱਥੇ ਆ ਰਹੀ ਹੈ, ਜਾਂ ਤੁਹਾਡੇ ਮੰਤਰੀਆਂ ਨੂੰ ਕਿ ਪੁਲਿਸ ਉੱਥੇ ਪਹਿਲਾਂ ਕੁਛ ਇਹੋ ਜਿਹੀਆਂ ਕਾਰਵਾਈਆਂ ਕਰ ਰਹੀ ਹੈ। ਸੋ ਜੇ ਅਸੀਂ ਕਹਿੰਦੇ ਵੀ ਅਸੀਂ ਆਮ ਘਰਾਂ ਚ ਉੱਠੇ ਹੋਏ ਹਾਂ, ਜਾਂ ਅਸੀਂ ਕਹਿੰਦੇ ਵੀ ਅਸੀਂ ਤੁਹਾਡੇ ਲੋਕ ਹਾਂ, ਜਿਵੇਂ ਤੁਸੀਂ ਕੰਮ ਕਰਦੇ ਰਾਜਰੀ, ਤਾਂ ਉਹਦੇ ਤਰੀਕੇ ਨਾਲ ਇਹੋ ਜਿਹੀ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ, ਜਿਵੇਂ ਲੱਖੇ ਸਿਧਾਣੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਂ ਹੋਰ ਲੋਕਾਂ ਨੂੰ ਏਦਾਂ। ਦੇਖੋ ਜੀ ਮੇਰੀ ਬੇਨਤੀ ਹੈ ਕਿ ਹਰ ਚੀਜ਼ ਨੂੰ ਜੇ ਪੋਲੀਟੀਕਲਾਈਜ਼ ਕਰਾਂਗੇ ਤਾਂ ਫਿਰ ਉਹਨੂੰ ਹਰ ਚੀਜ਼ ਦੇ 2 ਅਰਥ ਨਿਕਲ ਜਾਂਦੇ। ਜਿਵੇਂ ਹੁਣ ਇੱਥੇ ਲੋਕ ਕਹੀ ਜਾਂਦੇ ਆ, ਸਮ ਆਫ them they are saying, ਅਕਾਲੀ ਦਲ ਦੇ ਲੋਕ ਕਹੀ ਜਾਂਦੇ ਇਟਸ ਅ ਵੈਂਡੇਟਾ। ਤੁਸੀਂ ਦੱਸ ਦਿਓ ਕਿ 14 ਕਰੋੜ ਰੁਪਇਆ ਭਰਾਉਣਾ ਇਹ ਵੈਂਡੇਟਾ ਹੈ? ਲੋਕ ਵੀ ਕਹੀ ਜਾਂਦੇ ਆ, ਉਹ ਕੋਰਟ 'ਚ ਵੀ ਜਾ ਕੇ ਕਹੀ ਜਾਂਦੇ, ਉਹਨਾਂ ਦੇ ਵਕੀਲ ਵੀ ਵੱਡੇ ਵੱਡੇ ਕਹੀ ਜਾਂਦੇ ਆ ਕਿ ਰਾਜਾ ਵੜਿੰਗ ਨੇ ਵੈਂਡੇਟਾ ਕਰਤਾ ਬਈ, ਤੇ ਕਈ ਉਹਨਾਂ ਦਾ ਪੱਖ ਰੱਖਣ ਵਾਲੇ ਕਹੀ ਜਾਂਦੇ ਸੇਮ। ਉਹ ਲੱਖਾ ਸਿਧਾਣਾ ਜਾਂ ਜੋ ਵੀ ਉੱਥੇ ਵਿਅਕਤੀ ਗਿਆ, ਇਹ ਪੁਲਿਸ ਪ੍ਰਸ਼ਾਸਨ ਯਾਰ ਅਲਟੀਮੇਟਲੀ ਹੀ ਇਜ਼ ਅ ਚੀਫ ਮਿਨਿਸਟਰ। ਕੀ ਗੱਲ ਕੋਈ ਹਾਦਸਾ, ਇਹੋ ਜਿਹੇ ਹਾਦਸੇ ਜਦੋਂ ਮੌਬ ਹੁੰਦਾ ਹੈ, ਉਹ ਕਈ ਵਾਰੀ ਬੜੇ ਵੱਡੇ ਖਤਰਨਾਕ ਹਾਦਸੇ ਹੋਏ ਇਸ ਦੇਸ਼ ਦੇ ਅੰਦਰ। ਤੁਹਾਡੇ ਸਾਹਮਣੇ ਸੈਕਟਰੀਏਟ 'ਚ ਤਾਂ ਰੋਜ਼ ਵਿਅਕਤੀ ਜਾਂਦੇ, ਪਰ ਇੱਕ ਦਿਨ ਉਹ ਵੀ ਸੀ ਜਿਹਦੇ ਸਰਦਾਰ ਬੇਅੰਤ ਸਿੰਘ ਨੂੰ ਬੰਬ ਨਾਲ ਉਡਾ ਦਿੱਤਾ ਗਿਆ। ਇਨਸੀਡੈਂਟ ਕਿੱਥੇ ਹੋ ਜਾਣਾ, ਕਿਦੋਂ ਹੋ ਜਾਣਾ, ਇਹ ਸਿਕਿਉਰਿਟੀ ਦਾ ਮਸਲਾ ਹੈ। ਇਹਦੇ ਵਿੱਚ ਚੰਨੀ ਸਾਹਿਬ ਦਾ ਕੋਈ ਲੈਣਾ ਦੇਣਾ ਨਹੀਂ। ਹੁਣ ਚੰਨੀ ਸਾਹਿਬ ਕਈ ਵਾਰੀ ਸੀ ਸਿਕਿਉਰਿਟੀ ਤੋੜ ਕੇ ਵੀ ਚਲੇ ਜਾਂਦੇ, ਬਹੁਤ ਸੇ ਲੋਕ। ਰਾਜੀਵ ਗਾਂਧੀ ਦੇ ਜਦੋਂ ਹਾਦਸਾ ਹੋਇਆ, ਉਹ ਸਿਕਿਉਰਿਟੀ ਦਾ ਘੇਰਾ ਤੋੜ ਕੇ ਚਲੇ ਗਏ।
ਤੇ ਇੱਕ ਔਰਤ ਉਹਨਾਂ ਦੇ ਗਲ ਵਿੱਚ ਹਾਰ ਪਾਉਣ ਆ ਰਹੀ ਸੀ ਤੇ ਜਿਹੜੀ ਕਿ ਹਿਊਮਨ ਬੰਬ ਸੀ। ਸੋ ਇਹ ਸਿਕਿਉਰਿਟੀ ਨਹੀਂ ਵੇਖਣਾ ਕਿ ਗ੍ਰਿਫਤਾਰੀ ਉੱਥੇ ਕੋਈ ਹਾਦਸਾ ਹੋ ਸਕਦਾ ਸੀ। ਚੰਨੀ ਸਾਹਿਬ ਆਮ ਵਿਅਕਤੀ ਹੈ, ਆਮ ਲੋਕਾਂ ਦਾ ਬੰਦਾ ਹੈ, ਔਰ ਮੈਨੂੰ ਨਹੀਂ ਲੱਗਦਾ ਕਿ ਚੰਨੀ ਸਾਹਿਬ ਤਾਂ ਕੋਈ ਵੀ ਹੱਥ ਦੇ ਕੇ ਉਹਨਾਂ ਦੀ ਕਾਰ ਰੋਕ ਲੈਂਦਾ। ਐਸੀ ਕੋਈ ਗੱਲ ਨਹੀਂ। ਵੜਿੰਗ ਸਾਹਿਬ, ਦਿੱਲੀ 에ਅਰਪੋਰਟ ਦੇ ਉੱਤੇ ਬਾਰ-ਬਾਰ ਮਸਲਾ ਉੱਠਿਆ ਹੈ, ਬੱਸਾਂ ਉੱਥੇ ਤੁਹਾਡੀਆਂ ਜਾਂਦੀਆਂ ਨੇ, ਉੱਥੇ ਧਰਨਾ ਲਾਉਣ ਦਾ ਕੋਈ ਪ੍ਰੋਗਰਾਮ ਹੈ ਕੇਜਰੀਵਾਲ ਜੀ ਦਾ ਤੁਹਾਡਾ? ਧਰਨਾ ਤੁਰਨਾ ਤਾਂ ਹਜੇ ਤਾਈਂ ਕੋਈ ਵਿਉਂਤ ਬਣਾਈ ਨਹੀਂ ਜੀ, ਲੇਕਿਨ ਇਹ ਜ਼ਰੂਰ ਹੈ ਕਿ ਇੱਥੇ ਆ ਕੇ ਕੇਜਰੀਵਾਲ ਸਾਹਿਬ ਬਹੁਤ ਵੱਡੀਆਂ ਗੱਲਾਂ ਕਰਦੇ ਆ। ਤੁਹਾਡਾ ਵੀ ਫਰਜ਼ ਬਣਦਾ ਕਿ ਰੋਜ਼ ਕੇਜਰੀਵਾਲ ਸਾਹਿਬ ਅੱਜ ਕੱਲ੍ਹ ਇੱਥੇ ਆ ਰਹੇ, ਤੁਸੀਂ ਉਹਨਾਂ ਨੂੰ ਪੁੱਛ ਲਓ ਕਿ ਐਸੀ ਕੀ ਕਮੀ ਹੈ ਪੰਜਾਬ ਰੋਡਵੇਜ਼ ਦੀ ਵੋਲਵੋ ਬੱਸ ਦੇ ਅੰਦਰ ਜਿਹੜੀ 에ਅਰਪੋਰਟ ਤੇ ਨਹੀਂ ਜਾ ਸਕਦੀ, ਤੇ ਐਸੀ ਕੀ ਖਾਸੀਅਤ ਹੈ ਬਾਦਲ ਦੀ ਬੱਸ ਦੇ ਅੰਦਰ ਇੰਡੋ ਕੈਨੇਡੀਅਨ ਦੇ ਜਿਹੜੀ 에ਅਰਪੋਰਟ ਜਾ ਸਕਦੀ ਹੈ। ਇਹ ਤੁਸੀਂ ਸਵਾਲ ਕਰ ਲਓ ਕਿ ਐਸੀ ਕੀ ਚੀਜ਼ ਹੈ ਉਸ ਬੱਸ ਦੇ ਅੰਦਰ ਤਾਂ ਜੋ ਸਾਨੂੰ ਵੀ ਤੁਹਾਨੂੰ ਪਤਾ ਲੱਗ ਜੇ, ਅਸੀਂ ਉਹ ਇੰਸਟਾਲ ਕਰਾ ਲਈਏ। ਉਹਦੇ ਵਿੱਚ ਇੱਕ ਹੀ ਖਾਸੀਅਤ ਹੈ ਕਿ ਕੁਝ ਇਸ ਸਰਕਾਰ ਦੇ ਲੋਕ ਤੇ ਪੁਰਾਣੇ, ਕਿਉਂਕਿ ਇਹ ਅਮੀਰ ਪੁਰਾਣੇ ਵੱਡੇ ਰਜਵਾੜੇ 2800 ਰੁਪਇਆ ਜਲੰਧਰ ਤੋਂ ਚੱਕ ਕੇ 에ਅਰਪੋਰਟ ਤੱਕ ਦਾ ਲੈਂਦੇ ਹੈ ਇੱਕ ਸਵਾਰੀ ਦਾ। ਪ੍ਰਾਈਵੇਟ ਬੱਸਿਸ ਨੂੰ ਜਾਣ ਦਿੱਤਾ ਜਾਂਦਾ ਹੈ, ਸਾਡੀ ਬੱਸ ਸਟੈਂਡ ਤੇ ਰੋਕ ਲਈ ਜਾਂਦੀ ਹੈ। ਔਰ ਮੈਂ ਚਿੱਠੀਆਂ ਵੀ ਲਿਖੀਆਂ, ਇਸ ਦੇ ਬਾਵਜੂਦ ਵੀ ਉਹਨਾਂ ਨੇ ਮੁਨਾਸਿਬ ਨਹੀਂ ਸਮਝਿਆ ਕਿ ਮੈਂ ਕਿਸੇ ਚੀਜ਼ ਦਾ ਜਵਾਬ ਦੇ ਦੇਵਾਂ। 2 ਵਾਰੀ ਚਿੱਠੀ ਲਿਖਤੀ, ਉਸ ਤੋਂ ਪਹਿਲਾਂ ਵੀ ਮਿਨਿਸਟਰ ਸਾਹਿਬਾਨਾਂ ਨੇ ਚਿੱਠੀਆਂ ਲਿਖੀਆਂ, ਲੇਕਿਨ ਕੋਈ ਜਵਾਬ ਨਹੀਂ ਆਇਆ। ਪਰ ਠੀਕ ਹੈ, ਕੋਈ ਨਾ ਕੋਈ ਤਾਂ ਜ਼ਰੂਰ ਅਸੀਂ ਇਹਦਾ ਹੀਲਾ ਵਸੀਲਾ ਕਰਾਂਗੇ। ਅੱਛਾ, ਡਿੰਪੀ ਜੀ ਕਹਿੰਦੇ ਨੇ ਕਿ ਰਾਜਾ ਜੀ ਸਾਡੇ ਹਲਕੇ ਦੇ ਵਿੱਚ ਸਿਆਸੀ ਵਿਰੋਧੀ ਹੋਣ ਕਰਕੇ ਕੁਝ ਨਿੱਜੀ ਚੀਜ਼ਾਂ ਦੇ ਕਰਕੇ ਵੀ ਸਾਡੇ ਨਾਲ ਵਿਰੋਧ ਕਰ ਰਹੇ। ਮੈਂ ਯਾਰ ਤੁਹਾਨੂੰ ਇਹ ਪੁੱਛ ਰਿਹਾ, ਬਾਦਲ ਨਾਲ ਵੀ ਮੈਂ ਚੁਣਾਵ ਲੜਿਆ ਯਾਰ, ਮੈਂ ਤੁਹਾਨੂੰ ਪੁੱਛ ਰਿਹਾ, ਤੁਸੀਂ ਦੱਸ ਦਿਓ ਕਿ ਅਗਰ ਟੈਕਸ ਜਿਹੜਾ ਬੰਦੇ ਦਾ, ਪਹਿਲਾਂ ਤਾਂ ਤੁਸੀਂ ਇਹ ਦੱਸੋ ਯਾਰ 14 ਕਰੋੜ ਰੁਪਇਆ ਸਾਡੀ ਸਰਕਾਰ ਨੇ ਬਾਦਲ ਵਾਲਿਆਂ ਦਾ ਮਾਫ ਕਰਤਾ, ਤੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਇਹਨਾਂ ਦਾ 4 ਕਰੋੜ ਰੁਪਇਆ ਮਗਰਲੀ ਸਰਕਾਰ ਨੇ ਮਾਫ ਕਰਤਾ। ਸਾਡੀ ਸਰਕਾਰ ਨੇ ਟੈਕਸ ਵੇਵ ਆਫ ਕਰਤਾ। 4 ਕਰੋੜ ਇੱਕ ਬੰਦੇ ਦਾ ਤੇ 14 ਕਰੋੜ ਇੱਕ ਬੰਦੇ ਦਾ ਕਰੋਨਾ ਕਾਲ ਦੇ ਵਿੱਚ। ਤੇ ਤੁਹਾਨੂੰ ਅਸੀਂ ਕਿਸੇ ਨੂੰ ਹੋਰ ਵਿਅਕਤੀ ਨੂੰ ਪੰਜਾਬ 'ਚ ਕਰੋਨਾ ਦੀ 1 ਰੁਪਏ ਦੀ ਰਾਹਤ ਨਹੀਂ ਦਿੱਤੀ। 14 ਕਰੋੜ ਤੇ 4 ਕਰੋੜ ਮਾਫ ਹੋਣ ਦੇ ਬਾਵਜੂਦ ਵੀ ਤੁਸੀਂ ਟੈਕਸ ਨਾ ਭਰੋ ਅਗਲੇ ਸਾਲ ਦਾ, ਇਹ ਗੁਨਾਹ ਨਹੀਂ ਹੈ? ਤੇ ਜੇ ਉਹਨੂੰ ਸਸਪੈਂਡ ਕਰਤਾ ਤਾਂ ਤੁਸੀਂ ਮੈਨੂੰ ਦੱਸ ਦਿਓ ਕਿ ਇਹ ਵੈਂਡੇਟਾ ਪੋਲਿਟਿਕਸ ਹੈ ਕਿ ਔਨ ਮੈਰਿਟ ਕੀਤਾ ਹੈ? ਵੜਿੰਗ ਸਾਹਿਬ, ਅਫਸਰਸ਼ਾਹੀ ਦੇ ਖਿਲਾਫ ਕਦੋਂ ਕਾਰਵਾਈ ਕਰ ਰਹੇ ਹੋ ਜਿਹੜੀ ਬਾਦਲਾਂ ਨਾਲ ਮਿਲੀ ਹੈ? ਸਰ ਉਹ ਤੁਹਾਨੂੰ ਕੱਲ ਹੀ ਦੱਸਿਆ ਸੀ ਕਿ ਜਲਦੀ ਉਹ ਬਣਾ ਲਿਆ ਗਿਆ ਤੇ ਉਹਦਾ ਜਿਹੜਾ ਤਾਣਾ ਬਾਣਾ ਤੇ ਕਰ ਲਿਆ। ਕੈਪਟਨ ਸਾਹਿਬ ਕਹਿੰਦੇ 40 ਵਿਧਾਇਕ ਉਹਨਾਂ ਦੇ ਨਾਲ ਆ ਤੇ ਕੇਜਰੀਵਾਲ ਕਹਿੰਦੇ ਆ ਕਿ 25 ਉਹਨਾਂ ਦੇ ਨਾਲ ਆ, ਤੁਹਾਡੇ ਕੋਲੇ 52 ਰਹਿ ਗਏ ਕਾ ਇਲੈਕਸ਼ਨਾਂ ਵਾ। ਹਾਂ ਤੇ 52 ਸਾਨੂੰ ਮੁੱਕਦੇ ਨਹੀਂ ਹੈ ਯਾਰ, ਕਿਉਂ ਚਿੰਤਾ ਕਰ ਰਹੇ? ਇਹ ਤਾਂ ਟਾਈਮ ਦੱਸੂਗਾ ਨਾ ਕੈਪਟਨ ਸਾਹਿਬ ਨਾਲ ਕਿੰਨੇ ਹੈ ਤੇ ਕੇਜਰੀਵਾਲ ਸਾਹਿਬ ਨਾਲ ਕਿੰਨੇ ਹੈ। ਜਿਨ੍ਹਾਂ ਦੀਆਂ ਟਿਕਟਾਂ ਅਨਾਉਂਸ ਕਰਤੀਆਂ ਉਹ ਵੀ ਸਾਡੇ ਨਾਲ ਆ ਰਹੇ ਨੇ। ਤੁਸੀਂ ਦੇਖਿਓ ਹੁੰਦਾ ਕੀ ਆਗੇ ਦੇਖੋ ਹੋਤਾ ਕਿਆ, ਕੇਜਰੀਵਾਲ ਸਾਹਿਬ ਨੂੰ ਨਾਲੇ ਪਤਾ ਲੱਗ ਜਾਏਗਾ। ਦੂਜੀ ਵਾਰੀ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਸ਼ੀਸ਼ਾ ਦਿਖਾ ਦੇਣਗੇ 2022 ਦੀਆਂ ਚੋਣਾਂ ਦੇ ਅੰਦਰ। ਉਹਨੂੰ ਘਬਰਾਹਟ ਹੋ ਰਹੀ ਹੈ ਕੇਜਰੀਵਾਲ ਸਾਹਿਬ ਨੂੰ ਕਿ ਕੋਈ ਮੁੱਦਾ ਹੀ ਨਹੀਂ ਛੱਡਿਆ, ਚੰਨੀ ਸਾਹਿਬ ਨੇ ਕੋਈ ਮੁੱਦਾ ਨਹੀਂ ਛੱਡਿਆ। ਮਣੀ ਸਾਹਿਬ, ਕਵਰ ਸੰਧੂ ਕਦੋਂ ਆ ਰਹੇ? ਕੱਲ ਮੀਟਿੰਗ 'ਚ ਸੀਗੇ, ਤੁਸੀਂ ਵੀ ਉਸ ਮੀਟਿੰਗ 'ਚ ਸੀਗੇ। ਇੱਕ ਕਵਰ ਸੰਧੂ ਥੋੜੀ ਹੈ ਯਾਰ, ਪਤਾ ਨਹੀਂ ਕੌਣ ਆ ਰਿਹਾ ਹੈ। ਔਰ ਮੈਨੂੰ ਲੱਗਦਾ ਕਿ ਬਿਲਕੁਲ ਕਲੀਨ ਬੋਲਡ ਕਰ ਰਹੇ। ਤੁਸੀਂ ਦੇਖਿਓ ਹੁੰਦਾ ਕੀ ਹੈ। ਮੈਨੂੰ ਤਾਂ ਇਹ ਡਰ ਹੈ ਕਿ ਕਈ ਪੱਤਰਕਾਰ ਭਰਾ ਵੀ ਕਹਿ ਰਹੇ ਕਿ ਅਸੀਂ ਇਸ ਵਾਰੀ ਚੰਨੀ ਸਾਹਿਬ ਦੀ ਅਗਵਾਈ ਦੇ ਵਿੱਚ ਚੁਣਾਵ ਲੜਨਾ ਹੈ। ਸਰ, ਕੇਜਰੀਵਾਲ ਤਾਂ ਕਹਿੰਦੇ ਜੀ ਕਈ ਐਮਐਲਏ 50 ਦੇ ਲਗਭਗ ਐਮਐਲਏ ਨੇ ਜਿਹੜੇ ਸਾਡੇ ਵੱਲੋਂ ਵਿਚਾਰ। ਹੁਣ ਕੇਜਰੀਵਾਲ ਸਾਹਿਬ ਕੀ ਕਹਿੰਦੇ ਆਪਾਂ ਹੁਣ ਬਹੁਤਾ ਨਾ ਜਾਈਏ, ਉਹ ਪਤਾ ਲੱਗ ਜਾਏਗਾ ਕੀ ਹੈ। ਥੈਂਕ ਯੂ ਜੀ। ਚੰਨੀ ਸਾਹਿਬ ਦੀ ਅਗਵਾਈ 'ਚ 2022 ਦੇ ਚੋਣਾਂ ਲੜੀਆਂ ਜਾਣਗੀਆਂ ਜੀ ਫਿਰ? ਕਾਂਗਰਸ ਪਾਰਟੀ ਦੀ ਅਗਵਾਈ ਦੇ ਵਿੱਚ, ਚੰਨੀ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਨਵਜੋਤ ਸਿੰਘ ਸਿੱਧੂ ਸਾਹਿਬ ਦੀ ਅਗਵਾਈ ਦੇ ਵਿੱਚ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਪੰਜਾਬ ਦੀਆਂ ਚੋਣਾਂ ਲੜੀਆਂ ਜਾਣਗੀਆਂ।